A warm welcome to all the students to this chapter 1 of section C. The name of the chapter is An Astrologer's Day, written by R.K. Narayan. I am Yogita Joshi, lecturer English, Government Senior Secondary Smart School, Panibaga, District Mansa. Today we'll discuss this interesting story written by R.K. Narayan, the famous Indian English writer. Mr. R.K. Narayan is famous for writing interesting stories. His most famous work is The Guide. A Hindi film has been made on this novel. This present story is an interesting story in which an astrologer is saving himself from a person who was trying to harm him. And he does so only by his presence of mind. ਪਿਆਰੇ ਬੱਚਿਓ ਸੈਕਸ਼ਨ ਸੀ ਦੇ ਪਹਿਲੇ ਪਾਠ 'ਚ ਤੁਹਾਡਾ ਸਵਾਗਤ ਹੈ। ਇਹ ਪਾਠ ਆਰ ਕੇ ਨਾਰਾਇਣ ਜੀ ਦੁਆਰਾ ਲਿਖਿਆ ਗਿਆ ਹੈ। ਇਸ ਪਾਠ ਦੇ ਵਿੱਚ ਆਰ ਕੇ ਨਾਰਾਇਣ ਇੱਕ ਬਹੁਤ ਹੀ ਦਿਲਚਸਪ ਕਹਾਣੀ ਸੁਣਾਉਂਦੇ ਹਨ, ਜਿਸ ਵਿੱਚ ਇੱਕ ਜੋਤਸ਼ੀ ਆਪਣੀ ਸਮਝ ਬੂਝ ਨਾਲ ਆਪਣੇ ਆਪ ਨੂੰ ਇੱਕ ਮੁਸੀਬਤ ਤੋਂ ਬਚਾ ਲੈਂਦਾ ਹੈ। This astrologer is not a real astrologer. What happens in the whole story? Let us study. ਇਹ ਜੋ ਜੋਤਸ਼ੀ ਹੈ ਇਹ ਸੱਚਾ ਜੋਤਸ਼ੀ ਨਹੀਂ ਹੈ, ਪਖੰਡੀ ਹੈ। ਕਿਸ ਤਰ੍ਹਾਂ ਕਹਾਣੀ ਚੱਲਦੀ ਹੈ ਆਓ ਪੜ੍ਹਦੇ ਹਾਂ। Before starting the story, let's know about the author. Rasipuram Krishnaswamy Iyer Narayan Swamy was a famous writer known for his work set in the fictional South Indian town of Malgudi. He was a great author of early Indian literature in English, along with Mulk Raj Anand and Raja Rao. He was born on 10th of October 1906 in Madras and died on 13th of May 2001 in Chennai. ਪਿਆਰੇ ਬੱਚਿਓ, ਜਿਹੜੇ ਲੇਖਕ ਦੀ ਅੱਜ ਤੁਸੀਂ ਰਚਨਾ ਪੜ੍ਹਨ ਜਾ ਰਹੇ ਹੋ ਉਹਨਾਂ ਦਾ ਪੂਰਾ ਨਾਮ ਰਸੀਪੁਰਮ ਕ੍ਰਿਸ਼ਨਾਸਵਾਮੀ ਅਈਅਰ ਨਾਰਾਇਣ ਸਵਾਮੀ ਅਤੇ ਛੋਟਾ ਨਾਮ ਆਰ ਕੇ ਨਾਰਾਇਣ ਹੈ। ਉਹ ਭਾਰਤ ਦੇ ਬਹੁਤ ਮਸ਼ਹੂਰ ਇੰਗਲਿਸ਼ ਲੇਖਕ ਹਨ। ਇਹਨਾਂ ਦੇ ਸਾਰੇ ਹੀ ਨਾਵਲਸ ਅਤੇ ਕਹਾਣੀਆਂ ਦੇ ਵਿੱਚ ਤੁਹਾਨੂੰ ਇੱਕ ਪਿੰਡ ਦਾ ਨਾਂ ਸੁਣਨ ਨੂੰ ਮਿਲੇਗਾ, ਜੋ ਕਿ ਪਿੰਡ ਨਹੀਂ ਬਲਕਿ ਇੱਕ ਛੋਟਾ ਜਿਹਾ ਕਸਬਾ ਹੀ ਹੈ, ਜਿਸ ਨੂੰ ਮਾਲਗੁਡੀ ਕਿਹਾ ਜਾਂਦਾ ਹੈ। ਮਾਲਗੁਡੀ ਡੇਜ਼ ਇੱਕ ਮਸ਼ਹੂਰ ਦੂਰਦਰਸ਼ਨ ਦਾ ਸੀਰੀਅਲ ਵੀ ਹੋਇਆ ਜੋ ਇਹਨਾਂ ਦੀ ਹੀ ਕਹਾਣੀਆਂ ਉੱਤੇ ਆਧਾਰਿਤ ਹੈ। ਮੁਲਕ ਰਾਜ ਆਨੰਦ ਰਾਜਾ ਰਾਓ ਦੇ ਨਾਲ ਤੀਸਰੇ ਮਸ਼ਹੂਰ ਲੇਖਕ ਆਰ ਕੇ ਨਾਰਾਇਣ ਹੋਏ ਹਨ, ਜੋ ਭਾਰਤੀ ਹਨ ਅਤੇ ਅੰਗਰੇਜ਼ੀ 'ਚ ਲਿਖਦੇ ਹਨ। ਉਹਨਾਂ ਦਾ ਜਨਮ 10 ਅਕਤੂਬਰ 1906 ਨੂੰ ਹੋਇਆ ਅਤੇ ਉਹਨਾਂ ਦੀ ਮ੍ਰਿਤਿੂ 13 ਮਈ 2001 ਨੂੰ ਹੋਈ। He got Filmfare Award for Best Story, Padma Bhushan and Padma Vibhushan. ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੇ ਨਾਵਲ 'ਤੇ ਆਧਾਰਿਤ ਫਿਲਮ ਬਣੀ, ਜਿਸ ਲਈ ਉਹਨਾਂ ਨੂੰ ਫਿਲਮਫੇਅਰ ਅਵਾਰਡ ਵੀ ਮਿਲਿਆ। ਇਸ ਤੋਂ ਇਲਾਵਾ ਭਾਰਤ ਦੇ ਸਰਵੋੱਚ ਸਨਮਾਨ ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਵੀ ਉਹਨਾਂ ਨੂੰ ਪ੍ਰਾਪਤ ਹੋਏ। ਆਰ ਕੇ ਨਾਰਾਇਣ ਇਜ਼ ਐਨ ਇੰਡੀਅਨ ਨਾਵਲਿਸਟ। ਬੱਚੇ ਉਹ ਕੀ ਲਿਖਦੇ ਸੀ? ਨਾਵਲ ਲਿਖਦੇ ਸੀ। ਨਾਵਲ ਅਤੇ ਕਹਾਣੀ 'ਚ ਕੀ ਫ਼ਰਕ ਹੁੰਦਾ ਹੈ? ਵਾਟ ਇਜ਼ ਦ ਡਿਫਰੈਂਸ ਬਿਟਵੀਨ ਅ ਨਾਵਲ ਐਂਡ ਅ ਸਟੋਰੀ? ਅ ਨਾਵਲ ਇਜ਼ ਅ ਲੌਂਗ ਸਟੋਰੀ। ਤਾਂ ਕਹਾਣੀ ਜਿਹੜੀ ਹੁੰਦੀ ਆ ਉਹ ਇੱਕ ਸਧਾਰਨ ਕਹਾਣੀ ਹੁੰਦੀ ਆ, ਪਰ ਜਦੋਂ ਉਹ ਕਹਾਣੀ ਨੂੰ ਅਸੀਂ ਬਹੁਤ ਲੰਬਾ ਲੈ ਜਾਈਏ ਤਾਂ ਉਹ ਇੱਕ ਨਾਵਲ ਬਣ ਜਾਂਦਾ ਹੈ। ਸੋ ਹੀ ਰੋਟ ਬੋਥ ਨਾਵਲ ਐਂਡ ਸ਼ਾਰਟ ਸਟੋਰੀਜ਼। ਆਰ ਕੇ ਨਾਰਾਇਣ ਨਾਵਲ ਵੀ ਲਿਖਦੇ ਸਨ ਅਤੇ ਛੋਟੀਆਂ ਕਹਾਣੀਆਂ ਵੀ ਲਿਖਦੇ ਸਨ। With Raja Rao and Mulk Raj Anand, he forms a trio of talented writers of Indo-Anglian fiction. ਤਾਂ ਸਾਡੇ 3 ਲੇਖਕ ਹੋਏ ਹਨ ਜਿਹੜੇ ਕਿ ਇੰਡੋ ਐਂਗਲੀਅਨ ਫਿਕਸ਼ਨ ਦਾ ਮਤਲਬ ਹੁੰਦਾ ਹੈ ਕਾਲਪਨਿਕ ਸਾਹਿਤ ਲਿਖਦੇ ਸਨ। ਇੰਡੋ ਐਂਗਲੀਅਨ ਦਾ ਮਤਲਬ ਹੁੰਦਾ ਹੈ, ਇੰਡੋ ਮਤਲਬ ਭਾਰਤੀ, ਐਂਗਲੀਅਨ ਮਤਲਬ ਅੰਗਰੇਜ਼ੀ, ਜੋ ਹਨ ਭਾਰਤੀ ਮੂਲ ਦੇ ਪਰ ਅੰਗਰੇਜ਼ੀ 'ਚ ਲਿਖਦੇ ਹਨ। ਸੋ
ਇਹ ਤਿੰਨੋਂ ਇੱਕ ਟਰਾਇਓ ਬਣਾ ਲੈਂਦੇ ਹਨ ਜੋ ਕਿ ਬਹੁਤ ਫੇਮਸ ਹੈ in the field of literature. All over the world they are famous. In 1935, his first novel Swami and Friends was published. ਤਾਂ ਉਹਨਾਂ ਦਾ ਪਹਿਲਾ ਨਾਵਲ ਸਵਾਮੀ ਅਤੇ ਦੋਸਤ 1935 ਵਿੱਚ ਆਇਆ। Then The Bachelor of Arts, published in 1937, won great praise. 1937 'ਚ ਉਹਨਾਂ ਦਾ ਦੂਸਰਾ ਨਾਵਲ ਆਇਆ The Bachelor of Arts. Then followed The English Teacher 1945, The Guide 1958. ਇਹ ਵੀ ਦੋ ਫੇਮਸ ਨਾਵਲ 1945 ਤੇ 1958 'ਚ ਆਏ The English Teacher, The Guide. The Guide was the most famous, and a feature film was made in Hindi on the basis of this novel. In this film, Dev Anand acted as a hero and Wahida Rahman was the heroine. Its music was very famous. Even today, people listen to the music of this film. ਬੱਚਿਓ, ਇਹਨਾਂ ਦੇ ਮਸ਼ਹੂਰ ਕੰਮ ਦਾ ਗਾਈਡ ਦੇ ਉੱਤੇ ਇੱਕ ਫਿਲਮ ਵੀ ਬਣੀ ਹੈ ਜਿਸ ਫਿਲਮ ਨੂੰ ਬਹੁਤ ਸਾਰੇ ਅਵਾਰਡਸ ਵੀ ਮਿਲੇ। ਇਸ ਦੇ ਹੀਰੋ ਦੇਵਾਨੰਦ ਤੇ ਹੀਰੋਇਨ ਵਹੀਦਾ ਰਹਿਮਾਨ ਸਨ। He was awarded Padma Bhushan for distinguished service to literature. ਉਹਨਾਂ ਨੇ ਭਾਰਤ ਦੇ ਸਾਹਿਤ ਲਈ ਇੰਨਾ ਕੰਮ ਕੀਤਾ ਕਿ ਇਸ ਲਈ ਉਹਨਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਆ ਗਿਆ। An astrologer's day has a typical Indian atmosphere and has a surprise ending. Astrologer's Day ਜੋ ਕਹਾਣੀ ਹੈ ਇਸ ਦੇ ਵਿੱਚ ਭਾਰਤੀ ਵਾਤਾਵਰਣ ਦੀ ਕਹਾਣੀ ਲਿਖੀ ਗਈ ਹੈ। Let's go through the text of this story. Dear students, I'll not read each and every detail, but I'll give you the gist of the whole chapter. In the beginning of the story, we are told about the equipment of the astrologer. In his equipments, he opened his bag and spread out his professional equipment, like a dozen cowrie shells, a square piece of cloth with obscure mystic charts on it, a notebook, and a bundle of Palmyra writings. His forehead was resplendent with sacred ash and vermilion, and his eyes sparkled with a sharp, abnormal gleam, which was really an outcome of a continual searching for customers. Students, he was not a real astrologer. He was just acting as an astrologer. ਪਿਆਰੇ ਬੱਚੇ, ਉਹ ਸੱਚਮੁੱਚ ਦਾ ਜੋਤਸ਼ੀ ਨਹੀਂ ਸੀ। ਉਹ ਸਿਰਫ ਅਜਿਹੀ ਵੇਸ਼ਭੂਸ਼ਾ ਬਣਾ ਕੇ ਐਕਟਿੰਗ ਕਰਦਾ ਸੀ, ਲੋਕਾਂ ਨੂੰ ਠੱਗਦਾ ਸੀ। ਉਸਨੇ ਇੱਕ ਅਜੀਬ ਜਿਹੇ ਇਹ ਜਿਹਾ ਸਮਾਨ ਰੱਖ ਰੱਖਿਆ ਸੀ ਕਿ ਸਾਰੇ ਲੋਕ ਉਸ ਵਕਤ ਆਕਰਸ਼ਿਤ ਹੋਣ। ਉਸ ਸਮਾਨ ਦੇ ਵਿੱਚ ਕੀ ਕੁਝ ਸੀ ਇੰਪੋਰਟੈਂਟ ਹੈ, ਧਿਆਨ ਨਾਲ ਸੁਣੋ। 1 ਦਰਜਨ ਕੌਡੀਆਂ, ਇੱਕ ਚੌਰਸ ਕੱਪੜੇ ਦਾ ਟੁਕੜਾ ਜਿਸ ਦੇ ਉੱਤੇ ਅਜੀਬ ਜਿਹੇ ਚਾਰਟ ਬਣਾਏ ਹੋਏ ਸਨ, ਇੱਕ ਕਾਪੀ ਅਤੇ ਕੁਝ ਪੋਥੀਆਂ। ਮੱਥਾ ਉਸਨੇ ਸੈਕਰੇਡ ਐਸ਼ ਯਾਨੀ ਕਿ ਭਬੂਤ ਐਂਡ ਵਰਮੀਲੀਅਨ ਯਾਨੀ ਕਿ ਸੰਧੂਰ ਨਾਲ ਰੰਗਿਆ ਹੋਇਆ ਸੀ। ਉਸ ਦੀਆਂ ਅੱਖਾਂ 'ਚ ਇੱਕ ਅਜੀਬ ਜਿਹੀ ਚਮਕ ਸੀ ਜੋ ਕਿ ਸਧਾਰਨ ਨਹੀਂ ਸੀ। ਇਹ ਚਮਕ ਹਰ ਸਮੇਂ ਗਾਹਕਾਂ ਨੂੰ ਲੱਭਦੀ ਰਹਿੰਦੀ ਸੀ। ਨੈਕਸਟ ਥਿੰਗ ਵਿਚ ਇਜ਼ ਟੋਲਡ ਅਬਾਊਟ ਹਿਮ ਇਜ਼ ਹਿਜ਼ ਪੇਂਟਡ forehead and dark whiskers. ਉਸ ਦੇ ਇਸ ਰੰਗੇ ਹੋਏ ਮੱਥੇ ਦੇ ਨਾਲ ਉਸ ਦੇ ਚਿਹਰੇ 'ਤੇ ਇੱਕ ਹੋਰ ਕੀ ਚੀਜ਼ ਵੱਖਰੀ ਦਿਸਦੀ ਸੀ, ਉਸ ਦੀਆਂ ਵੱਡੀਆਂ ਵੱਡੀਆਂ ਮੁੱਛਾਂ। To crown the effect, he wound a saffron-colored turban around his head. The color scheme never failed. People were attracted to him as bees are attracted to cosmos or dahlia stalks. ਆਰ ਕੇ ਨਾਰਾਇਣ ਕਹਿੰਦੇ ਹਨ ਕਿ ਇਹ ਸਾਰੀ ਵੇਸ਼ਭੂਸ਼ਾ ਦੇ ਵਿੱਚ ਸਭ ਤੋਂ ਵੱਡਾ ਰੋਲ ਨਿਭਾਉਂਦੀ ਸੀ ਉਹਨਾਂ ਦੀ ਜੋ ਐਸਟਰੋਲੋਜਰ ਨੇ ਸੈਫਰਨ ਯਾਨੀ ਕਿ ਕੇਸਰੀ ਰੰਗ ਦੀ ਪਗੜੀ ਬੰਨੀ ਹੋਈ ਸੀ। ਲਓ ਜੀ, ਸਾਰਾ ਕੁਝ ਰੰਗ ਰੰਗਾ ਕੇ ਹੁਣ ਇੱਕ ਨਕਲੀ ਜੋਤਸ਼ੀ ਤਿਆਰ ਹੈ। ਸਾਰੇ ਲੋਕ ਉਸ ਵੱਲ ਆਕਰਸ਼ਿਤ ਹੁੰਦੇ ਸੀ। ਲੇਖਕ ਕਹਿੰਦਾ ਹੈ ਕਿਵੇਂ ਆਕਰਸ਼ਿਤ ਹੁੰਦੇ ਸੀ, ਜਿਵੇਂ ਡੇਲੀਆ ਦੇ ਫੁੱਲਾਂ 'ਤੇ ਮਧੂ ਮੱਖੀਆਂ ਆਕਰਸ਼ਿਤ ਹੁੰਦੀਆਂ ਨੇ। Now I will tell you about the place where he sat. He sat under the boughs of a tamarind tree. Tamarind means imli.
ਇਮਲੀ ਦੇ ਦਰਖਤ ਦੀਆਂ ਛਾਂਦਾਰ ਟਾਹਣੀਆਂ ਦੇ ਥੱਲੇ ਉਹ ਬੈਠਦਾ ਸੀ। ਵਟ ਵਾਜ਼ ਦ ਪਲੇਸ? ਟਾਊਨ ਹਾਲ ਪਾਰਕ। ਇਹ ਜਗ੍ਹਾ ਕਿਹੜੀ ਸੀ? ਟਾਊਨ ਹਾਲ ਪਾਰਕ। ਐਂਡ ਇਟ ਵਾਜ਼ ਅ ਪਾਥ ਰਨਿੰਗ ਇਨ ਦ ਪਾਰਕ ਦੇ ਵਿੱਚ ਇੱਕ ਰਸਤਾ ਸੀ, ਉਸ ਰਸਤੇ 'ਤੇ ਇਸਨੇ ਆਪਣੀ ਜਗ੍ਹਾ ਬਣਾ ਰੱਖੀ ਸੀ। ਉਸ ਦੇ ਨੇੜੇ ਤੇੜੇ ਹੋਰ ਕੌਣ ਸਨ? who were the other people around him? A variety of traders and occupations was represented all along its way. Medicine sellers, sellers of stolen hardware and junk, magicians, and above all, an auctioneer of cheap clothes. ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਕੌਣ ਸੀ ਬਈ? ਅਲੱਗ-ਅਲੱਗ ਤਰ੍ਹਾਂ ਦੇ ਕਿੱਤੇ ਕਰ ਰਹੇ ਸੀ, ਜੋ ਦਵਾਈਆਂ ਵੇਚਣ ਵਾਲੇ ਜਾਂ ਕੁਛ ਅਜਿਹਾ ਚੋਰੀ ਦਾ ਸਮਾਨ, ਹਾਰਡਵੇਅਰ ਹੁੰਦਾ ਜਦੋਂ ਅਸੀਂ ਕਿ ਕੋਈ ਮਸ਼ੀਨ ਜਾਂ ਉਸਦੇ ਹਿੱਸੇ ਜਿਹੜੇ ਹੈ ਉਹ ਵੇਚਦੇ ਹਾਂ। ਸੋ ਇਹ ਕਿਹੋ ਜਿਹੇ ਹੁੰਦੇ ਸੀ? ਸਟੋਲਨ ਮੀਨਸ ਚੋਰੀ ਕੀਤੀਆਂ ਹੋਈਆਂ ਚੀਜ਼ਾਂ ਸਸਤੇ 'ਚ ਵੇਚਦੇ ਸੀ। ਚੋਰ ਬਾਜ਼ਾਰ ਵੀ ਲੱਗਿਆ ਸੀ ਉੱਥੇ। ਔਰ ਜੰਕ ਹੁੰਦਾ ਬੇਟਾ ਕਬਾੜ, ਜੰਕ ਦਾ ਵਪਾਰ ਕਰਨ ਵਾਲੇ। ਐਂਡ ਜਾਦੂਗਰ ਮਜੀਸ਼ੀਅਨਸ ਉਹ ਵੀ ਉੱਥੇ ਬੈਠਦੇ ਸੀ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਸਸਤਾ ਕੱਪੜਾ ਦੀ ਨਿਲਾਮੀ ਕਰਨ ਵਾਲੇ ਵੀ ਉੱਥੇ ਹੀ ਬੈਠਦੇ ਸੀ। ਸੋ ਇਹ ਸਾਰੀਆਂ ਜਗ੍ਹਾ, ਇਸ ਜਗ੍ਹਾ ਨੂੰ ਉਹਨੇ ਕਿਉਂ ਚੁਣਿਆ ਐਸਟਰੋਲੋਜਰ ਨੇ? ਬਿਕੋਜ਼ all day so many people were attracted to all these things. And next to him was a vendor of fried groundnuts who gave his wearer a fancy name each day, calling it Bombay ice cream one day, and on the next Delhi almonds, and on the third Raja's delicacies, and so on and so forth. And people flocked to him. ਤਾਂ ਇਸ ਐਸਟਰੋਲੋਜਰ ਦੇ ਨਜ਼ਦੀਕ ਇੱਕ ਹੋਰ ਜਣਾ ਵੀ ਬੈਠਦਾ ਸੀ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦਾ ਸੀ। ਇਹ ਕੌਣ ਸੀ? ਇਹ ਸੀ ਇੱਕ ਗਰਾਊਂਡਨਟ ਵੈਂਡਰ, ਯਾਨੀ ਕਿ ਮੂੰਗਫਲੀਆਂ ਵੇਚਣ ਵਾਲਾ। ਉਹ ਆਪਣੀਆਂ ਮੂੰਗਫਲੀਆਂ ਦੇ ਹਰ ਰੋਜ਼ ਨਵੇਂ ਨਾਮ ਰੱਖ ਲੈਂਦਾ, ਜਿਸ ਤਰ੍ਹਾਂ ਬੰਬੇ ਆਈਸਕ੍ਰੀਮ, ਦਿੱਲੀ ਦੇ ਬਦਾਮ, ਰਾਜਾ ਦੇ ਪਕਵਾਨ ਅਤੇ ਅਜਿਹੇ ਹੀ ਹੋਰ ਅਜੀਬ ਨਾਮ। ਇਹਨਾਂ ਨਾਮਾਂ ਨੂੰ ਸੁਣ ਕੇ ਲੋਕ ਉਸ ਵੱਲ ਬਹੁਤ ਆਕਰਸ਼ਿਤ ਹੁੰਦੇ ਸਨ। The astrologer transacted his business by the light of a flare which crackled and smoked up above the groundnut heap nearby. ਹੁਣ ਇੱਥੇ ਜੋ ਵੀ ਪ੍ਰਬੰਧ ਉਸ ਰੇਹੜੀ ਵਾਲੇ ਨੇ ਕੀਤਾ ਹੋਇਆ ਸੀ ਰੋਸ਼ਨੀ ਦਾ, ਉਸੇ ਦੀ ਰੋਸ਼ਨੀ ਸਾਡੇ ਜੋਤਸ਼ੀ ਨੂੰ ਪਹੁੰਚ ਜਾਂਦੀ ਸੀ ਅਤੇ ਉਸ ਦਾ ਸ਼ਾਮ ਨੂੰ ਹਨੇਰੇ ਵੇਲੇ ਵੀ ਕੰਮ ਚੱਲਦਾ ਰਹਿੰਦਾ ਸੀ। The place was lit up by shop lights. ਵੈਸੇ ਵੀ ਆਲੇ ਦੁਆਲੇ ਦੀਆਂ ਦੁਕਾਨਾਂ ਦੀ ਰੋਸ਼ਨੀ ਇਸ ਜਗ੍ਹਾ 'ਤੇ ਪੈਂਦੀ ਰਹਿੰਦੀ ਸੀ। This suited the astrologer very well, for the simple reason that he had not in the least intended to be an astrologer when he began life, and he knew no more of what was going to happen to himself next minute. ਹੁਣ ਉਸਨੇ ਜਗ੍ਹਾ ਸਿਰਫ ਪੈਸੇ ਕਮਾਉਣ ਲਈ, ਠੱਗੀ ਮਾਰਨ ਲਈ ਚੁਣ ਲਈ ਸੀ। ਬਾਕੀ ਉਸਦਾ ਜੋਤਸ਼ੀ ਬਣਨ ਦਾ ਕੋਈ ਇਰਾਦਾ ਨਹੀਂ ਸੀ। ਇਹ ਤਾਂ ਉਹਦੀ ਜ਼ਿੰਦਗੀ ਦੇ ਹਾਲਾਤ ਸੀ ਕਿ ਉਹ ਇਸ ਤਰ੍ਹਾਂ ਜੋਤਸ਼ੀ ਬਣ ਕੇ ਇੱਥੇ ਬੈਠ ਗਿਆ। ਬਾਕੀ ਉਸਨੂੰ ਗਿਆਨ ਕਿੰਨਾ ਕੁ ਸੀ, ਉਸਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਸਦੇ ਨਾਲ ਖੁਦ ਨਾਲ ਅਗਲੇ ਮਿੰਟ ਕੀ ਹੋਣਾ ਹੈ। He was as much a stranger to the stars as were his innocent customers. Yet he said things which pleased and astonished everyone. That was more a matter of study, practice and shrewd guesswork. ਪਰ ਫਿਰ ਵੀ ਉਸਦਾ ਕੰਮ ਕਿਵੇਂ ਚੱਲਦਾ ਸੀ ਜਦੋਂ ਉਸਨੂੰ ਨੌਲੇਜ ਹੀ ਨਹੀਂ ਸੀ ਬਿਲਕੁਲ ਵੀ, ਜੋਤਿਸ਼ ਦਾ, ਪੜ੍ਹਾਈ ਲਿਖਾਈ ਦਾ ਕੁਝ ਪਤਾ ਹੀ ਨਹੀਂ ਸੀ, ਫਿਰ ਵੀ ਉਹਦਾ ਕੰਮ ਕਿਵੇਂ ਚੱਲਦਾ ਸੀ? ਕਿਉਂਕਿ ਉਸ ਨੇ ਲੋਕਾਂ ਨੂੰ ਦੇਖ ਕੇ ਅਭਿਆਸ ਦੇ ਨਾਲ ਅਤੇ ਤੁੱਕੇ ਮਾਰ ਕੇ ਅਜਿਹੀਆਂ ਬਹੁਤ ਗੱਲਾਂ ਪਤਾ ਕਰ ਲਈਆਂ ਸੀ, ਜਿਹੜੀਆਂ ਤੁਸੀਂ ਕਿਸੇ ਨੂੰ ਕਹੋਗੇ ਤਾਂ ਸਾਹਮਣੇ ਵਾਲਾ ਖੁਸ਼ ਅਤੇ ਹੈਰਾਨ ਹੋ ਜਾਂਦਾ। ਪਲੀਜ਼ਡ ਮੀਨਸ ਖੁਸ਼, ਅਸਟੋਨਿਸ਼ਡ ਮੀਨਸ ਹੈਰਾਨ ਹੋ ਜਾਣਾ। All the same, it was as much an honest man's labor as any other, and he deserved the wages he carried home at the end of the day. ਸੋ ਇਹ ਵੀ ਉਹਦੀ ਇੱਕ ਕਲਾ ਹੀ ਸੀ, ਬਿਨਾਂ ਗਿਆਨ ਹੁੰਦੇ ਹੋਏ ਵੀ ਲੋਕਾਂ ਨੂੰ ਠੱਗਦਾ ਰਹਿੰਦਾ ਸੀ ਅਤੇ ਆਪਣੀ ਕਮਾਈ ਕਰਕੇ ਸ਼ਾਮ ਨੂੰ ਘਰ ਚਲਾ ਜਾਂਦਾ ਸੀ। ਹੁਣ ਉਸ ਐਸਟਰੋਲੋਜਰ ਬਾਰੇ ਸਾਨੂੰ ਦੱਸਿਆ ਜਾ ਰਿਹਾ, he had left his village without any previous thought or plan.
ਐਕਚੁਅਲੀ ਉਹਨੇ ਆਪਣਾ ਪਿੰਡ ਬਿਨਾਂ ਕਿਸੇ ਯੋਜਨਾ ਦੇ ਜਾਂ ਕਿਸੇ ਸੋਚ ਦੇ ਆਧਾਰ 'ਤੇ ਨਹੀਂ ਬਣਾਇਆ ਸੀ। ਉਸਨੇ ਆਪਣਾ ਪਿੰਡ ਅਚਾਨਕ ਹੀ ਛੱਡ ਦਿੱਤਾ ਸੀ। ਅਗਰ ਉਹ ਆਪਣੇ ਪਿੰਡ 'ਚ ਹੁੰਦਾ ਤਾਂ ਉਹ ਕੀ ਕਰਦਾ? ਹੀ ਵੁੱਡ ਹੈਵ ਕੈਰੀਡ ਔਨ ਦ ਵਰਕ ਆਫ ਹਿਸ ਫੋਰਫਾਦਰਸ। ਅਗਰ ਉਹ ਪਿੰਡ 'ਚ ਹੁੰਦਾ ਤਾਂ ਉਹ ਉਹੀ ਕੰਮ ਕਰਦਾ ਜੋ ਉਸਦੇ ਪੁਰਖੇ ਕਰਦੇ ਸਨ, ਨੇਮਲੀ ਟਿਲਿੰਗ ਦ ਲੈਂਡ, ਲਿਵਿੰਗ, ਮੈਰਿੰਗ, ਰਾਈਪਨਿੰਗ in his cornfield and ancestral home। ਉਸਦੇ ਪੁਰਖੇ ਖੇਤੀਬਾੜੀ ਕਰਦੇ ਸੀ, ਗੋਡੀ ਕਰਦੇ ਸੀ, ਖੇਤ ਸਾਂਭਦੇ ਸੀ, ਜਿਉਂਦਾ, ਵਿਆਹ ਕਰਵਾਉਂਦਾ, ਬੱਚੇ ਪਾਲਦਾ, ਜਿਵੇਂ ਕਿ ਉਹਦੇ ਪੁਰਖਿਆਂ ਨੇ ਕੀਤਾ ਸੀ। But that was not to be। He had to leave home without telling anyone, and he could not rest till he left it behind a couple of 100 miles। ਪਰ ਕੁਝ ਅਜਿਹਾ ਵਾਪਰਿਆ ਕਿ ਬਿਨਾਂ ਕਿਸੇ ਨੂੰ ਦੱਸੇ ਉਸਨੂੰ ਘਰੋਂ ਭੱਜਣਾ ਪਿਆ ਅਤੇ ਕਈ 100 ਮੀਲ ਦੂਰ ਇੱਥੇ ਆ ਕੇ ਵਸਣਾ ਪਿਆ। ਓਕੇ, ਦਿਸ ਵਾਜ਼ ਹਿਸ ਬੈਕਗਰਾਊਂਡ। ਹੀ ਹੈਡ ਅ ਵਰਕਿੰਗ ਐਨਾਲਿਸਿਸ ਆਫ ਮੈਨਕਾਈਂਡਸ ਟਰਬਲਸ। ਹੁਣ ਉਸ ਨੂੰ ਸਹਾਰਾ ਕਿਹੜੀ ਚੀਜ਼ ਦਿੰਦੀ ਸੀ? ਕਿਸ ਚੀਜ਼ ਦੇ ਆਧਾਰ 'ਤੇ ਉਹ ਤੁੱਕੇ ਮਾਰਦਾ ਸੀ? ਹੀ ਨਿਊ ਦੈਟ ਮੈਨਕਾਈਂਡਸ ਟਰਬਲ ਵਰ ਡਿਊ ਟੂ 3 ਥਿੰਗਸ: ਮੈਰਿਜ, ਮਨੀ ਐਂਡ ਟੈਂਗਲਸ ਆਫ ਹਿਊਮਨ ਟਾਈਜ਼। ਉਸਨੇ ਦੇਖਿਆ ਕਿ ਮਨੁੱਖ ਦੀਆਂ ਜਿਹੜੀਆਂ ਮੁਸੀਬਤਾਂ ਨੇ ਉਹ 3 ਚੀਜ਼ਾਂ ਦੇ ਆਲੇ ਦੁਆਲੇ ਹੀ ਘੁੰਮਦੀਆਂ ਨੇ। ਇੱਕ ਤਾਂ ਵਿਆਹ, ਇੱਕ ਪੈਸਾ, ਇੱਕ ਰਿਸ਼ਤਿਆਂ ਦੇ ਵਿੱਚ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਾਡੀਆਂ ਲੜਾਈਆਂ ਪੈ ਜਾਂਦੀਆਂ ਨੇ। ਲੌਂਗ ਪ੍ਰੈਕਟਿਸ ਹੈਡ ਸ਼ਾਰਪਨਡ ਹਿਸ ਪਰਸੈਪਸ਼ਨ। ਪਰਸੈਪਸ਼ਨ ਮੀਨਸ ਟੂ ਸੈਂਸ ਦ ਥਿੰਗਸ ਬਿਫੋਰ ਹੈਪਨਿੰਗ। ਤਾਂ ਉਸਦਾ ਜਿਹੜਾ ਲੰਬਾ ਅਭਿਆਸ ਸੀ ਉਸਨੇ ਇੱਕ ਚੀਜ਼ ਉਸਦੇ ਅੰਦਰ ਬੜੀ ਪੱਕੀ ਕਰ ਦਿੱਤੀ ਸੀ, ਉਹ ਸੀ ਪਰਸੈਪਸ਼ਨ। ਪਰਸੈਪਸ਼ਨ ਮਤਲਬ ਕੋਈ ਵੀ ਘਟਨਾ ਹੋਣ ਤੋਂ ਪਹਿਲਾਂ ਉਸ ਘਟਨਾ ਦੇ ਬਾਰੇ ਅਸੀਂ ਜਦੋਂ ਵਧੀਆ ਅੰਦਾਜ਼ਾ ਲਗਾ ਸਕਦੇ ਹਾਂ, ਉਹ ਪਰਸੈਪਸ਼ਨ ਹੁੰਦੀ ਹੈ। ਪੁਨਰ ਅਹਿਸਾਸ ਕਰ ਲੈਣਾ ਕਿਸੇ ਚੀਜ਼ ਦਾ। ਵਿਦਿਨ 5 minutes ਹੀ ਅੰਡਰਸਟੂਡ ਵਟ ਵਾਜ਼ ਰੋਂਗ। 5 ਮਿੰਟ 'ਚ ਹੀ ਉਸਨੂੰ ਪਤਾ ਲੱਗ ਜਾਂਦਾ ਸੀ ਕਿ ਇਸ ਬੰਦੇ ਨੂੰ ਕੀ ਸਮੱਸਿਆ ਹੈ। So now the writer is telling us about his money that he was charging for his work। He charged 3 pies per question। ਇੱਕ ਸਵਾਲ ਦੇ ਉਹ 3 ਪਾਈ ਲੈਂਦਾ ਹੁੰਦਾ ਸੀ। Now what is pi? Pi is an old currency which was used in India at that time। ਜਿਸ ਸਮੇਂ ਦੀ ਕਹਾਣੀ ਆ ਉਦੋਂ ਪਾਈ, ਆਨਾ, ਇਸ ਤਰ੍ਹਾਂ ਦੀ ਕਰੰਸੀ ਚੱਲਦੀ ਸੀ। He never opened his mouth till the other had spoken for at least 10 minutes, which provided him enough stuff for a dozen answers and advices। ਹੁਣ ਉਹ ਕੀ ਕਰਦਾ ਸੀ? ਆਪਣੇ ਗ੍ਰਾਹਕ ਨੂੰ ਕਹਿੰਦਾ ਸੀ, ਹਾਂਜੀ ਦੱਸੋ ਤੁਹਾਨੂੰ ਕੀ ਦੁੱਖ ਹੈ, ਵਿਸਤਾਰ ਨਾਲ ਦੱਸੋ। ਉਸ ਦਾ ਗ੍ਰਾਹਕ 10 ਮਿੰਟ ਲਈ ਬੋਲਦਾ ਰਹਿੰਦਾ ਅਤੇ 10 ਮਿੰਟ ਦੇ ਵਿੱਚ ਉਸਨੂੰ ਇੰਨੀਆਂ ਗੱਲਾਂ ਪਤਾ ਲੱਗ ਜਾਂਦੀਆਂ ਜਿਸ ਦੇ ਉੱਤੇ ਉਹ ਆਪਣੇ ਵੱਲੋਂ ਡਜ਼ਨ ਆਨਸਰਸ, 1 ਦਰਜਨ ਦਾ ਜਵਾਬ ਦੇ ਦਿੰਦਾ, ਐਂਡ ਐਡਵਾਈਸਿਸ, ਅਤੇ ਉਨੀਆਂ ਹੀ ਸਲਾਹਾਂ ਦੇ ਦਿੰਦਾ। ਵੈਨ ਹੀ ਟੋਲਡ ਦ ਪਰਸਨ ਬਿਫੋਰ ਹਿਮ ਗੇਜ਼ਿੰਗ ਐਟ ਹਿਸ ਪਾਮ। ਤਾਂ ਹੁਣ ਉਹ ਕਿਸ ਤਰੀਕੇ ਨਾਲ ਉਹਨਾਂ ਦਾ ਹੱਥ ਦਿਖਦਾ ਸੀ, ਆਓ ਸੁਣਦੇ ਹਾਂ। ਸਭ ਤੋਂ ਪਹਿਲਾਂ ਉਹ ਆਪਣੇ ਗ੍ਰਾਹਕ ਦਾ ਹੱਥ ਫੜਦਾ ਅਤੇ ਉਸਨੂੰ ਕੀ ਕਹਿੰਦਾ? In many ways you are not getting the fullest result of your efforts। 9 out of 10 were disposed to agree with him। ਤਾਂ ਪਹਿਲੀ ਗੱਲ ਉਹ ਸਾਰੇ ਲੋਕਾਂ ਨੂੰ ਹੱਥ ਫੜ ਕੇ ਕਹਿੰਦਾ ਕਿ ਤੂੰ ਬਹੁਤ ਸਖਤ ਮਿਹਨਤ ਕਰ ਰਿਹਾ ਹੈ ਅਤੇ ਤੈਨੂੰ ਆਪਣੀਆਂ ਕੋਸ਼ਿਸ਼ਾਂ ਦੇ ਬਦਲੇ ਓਨਾ ਕੋਈ ਫਾਇਦਾ ਨਹੀਂ ਮਿਲ ਰਿਹਾ। ਪਿਆਰੇ ਬੱਚਿਓ, 10 ਵਿੱਚੋਂ 9 ਬੰਦੇ ਇਸ ਗੱਲ ਨੂੰ ਮੰਨ ਹੀ ਜਾਂਦੇ ਹਨ। ਔਰ ਹੀ ਕੁਐਸਚਨਡ, ਜਾਂ ਫਿਰ ਉਹ ਇੱਕ ਸਵਾਲ ਕਰਦਾ। ਸਾਰਿਆਂ ਨਾਲ ਹੀ ਉਹ ਇਸ ਤਰ੍ਹਾਂ ਕਰਦਾ ਸੀ, Is there any woman in your family, maybe even a distant relative, who is not well disposed toward you? Or he gave an analysis of character। Most of your troubles are due to your nature। How can you be otherwise with Saturn where he is? ਤਾਂ 2 ਅਜਿਹੀਆਂ ਗੱਲਾਂ ਹੋਰ ਸੀ ਜਿਹੜੀਆਂ ਗੱਲਾਂ ਨੂੰ ਸਾਰੇ ਮੰਨ ਜਾਂਦੇ। ਇੱਕ ਤਾਂ ਉਹ ਇਹ ਪੁੱਛਦਾ ਕਿ ਤੁਹਾਡੇ ਘਰ ਕੋਈ ਇਹੋ ਜਿਹੀ ਔਰਤ ਹੈਗੀ ਹੈ ਜਿਹੜੀ ਤੁਹਾਡੇ ਤੋਂ ਚਿੜਦੀ ਹੋਵੇ? ਤਾਂ ਸਾਰਿਆਂ ਦੇ ਘਰ ਵਿੱਚ ਅਜਿਹਾ ਕੋਈ ਨਾ ਕੋਈ ਹੁੰਦਾ ਹੈ। ਜਾਂ ਫਿਰ ਉਹ ਕਈ ਵਾਰੀ ਪੁੱਛਦਾ ਕਿ
ਤੈਨੂੰ ਬਹੁਤ ਗੁੱਸਾ ਆਉਂਦਾ ਹੈ, ਛੋਟੀ ਛੋਟੀ ਗੱਲ 'ਤੇ ਤੂੰ ਪਰੇਸ਼ਾਨ ਹੋ ਜਾਂਦਾ ਹੈ, ਤੇਰੇ ਦਿਮਾਗ 'ਤੇ ਹਰ ਸਮੇਂ ਬੋਝ ਪਿਆ ਰਹਿੰਦਾ ਹੈ। ਤੇਰਾ ਕੀ ਕਸੂਰ ਹੈ? ਤੇਰਾ ਇਸ ਵਾਰ ਸ਼ਨੀ ਕਰਕੇ ਹੈ। ਸੋ ਪੀਪਲ ਵਰ ਆਲਵੇਜ਼ ਅਟਰੈਕਟਿਡ ਟੂ ਆਲ ਥੀਸ ਥਿੰਗਸ ਐਂਡ ਦੇ ਬਿਲੀਵਡ ਇਟ। ਜ਼ਿਆਦਾਤਰ ਲੋਕ ਇਸ ਨੂੰ ਯਕੀਨ ਕਰ ਲੈਂਦੇ। ਯੂ ਹੈਵ ਐਨ ਇੰਪੈਚੁਅਸ ਨੇਚਰ ਐਂਡ ਅ ਰਫ ਐਕਸਟੀਰੀਅਰ। ਤੂੰ ਬਾਹਰੋਂ ਹੀ ਸਖਤ ਲੱਗਦਾ ਹੈ, ਅੰਦਰੋਂ ਤੇਰਾ ਬਹੁਤ ਵਧੀਆ ਸੁਭਾਅ ਹੈ, ਤਾਂ ਸ਼ਨੀ ਕਰਕੇ ਤੇਰਾ ਸੁਭਾਅ ਤੇਜ਼ ਹੋ ਚੁੱਕਿਆ। ਦਿਸ ਐਂਡੀਅਰਡ ਹਿਮ ਟੂ ਦੇਅਰ ਹਾਰਟਸ ਇਮੀਡੀਏਟਲੀ। ਇਸ ਤਰ੍ਹਾਂ ਉਹ ਸਿੱਧਾ ਹੀ ਆਪਣੇ ਕਸਟਮਰ ਦੇ ਦਿਲ ਤੱਕ ਪਹੁੰਚ ਜਾਂਦਾ ਸੀ। ਲੈਟਸ ਗੋ ਟੂ ਅਦਰ ਡਿਟੇਲ। He sensed a possible client and said, "You look so careworn." ਇੱਕ ਦਿਨ ਉਹ ਇੱਕ ਬੰਦੇ ਨੂੰ ਉੱਥੇ ਦੇਖਦਾ ਹੈ ਜੋ ਪਰੇਸ਼ਾਨ ਘੁੰਮ ਰਿਹਾ ਸੀ। ਉਹ ਦੇਖਦਾ ਵੀ ਇਹਦੇ ਤੋਂ ਪੈਸੇ ਵੱਟੇ ਜਾ ਸਕਦੇ ਆ। ਉਸ ਨੂੰ ਪੁੱਛਦਾ, ਬੜਾ ਪਰੇਸ਼ਾਨ ਲੱਗ ਰਿਹਾ। "It will do you good to sit for a while and chat with me." ਆ ਜਾ ਮੇਰੇ ਕੋਲ ਬਹਿ ਜਾ, ਕੁਝ ਗੱਲਾਂ ਕਰ ਲੈ, ਤੂੰ ਠੀਕ ਮਹਿਸੂਸ ਕਰੇਗਾ। The other man grumbled some reply vaguely. दूसरे आदमी ने गुर्रा के अजीब जिहा जवाब दिता। The astrologer pressed his invitation. वो फिर उसनू मजबूर करता रहा। To whereupon the other thrust his palm under his nose, saying, "You call yourself an astrologer?" The astrologer felt challenged and said, tilting the other's palm towards the green shaft of light, "Yours is a nature." "Oh, stop that," the other said. "Tell me something worthwhile." ਤਾਂ ਕੀ ਹੋਇਆ? ਉਸ ਪਰੇਸ਼ਾਨ ਆਦਮੀ ਨੂੰ ਜਦੋਂ ਉਹ ਬਾਰ-ਬਾਰ ਬੁਲਾ ਰਿਹਾ ਸੀ ਤਾਂ ਬੰਦੇ ਨੇ ਇੱਕਦਮ ਉਸ ਦੇ ਨੱਕ ਕੋਲ ਆਪਣਾ ਹੱਥ ਹਥੇਲੀ ਕਰਦੇ ਹੋਏ ਕਿਹਾ, ਆਪਣੇ ਆਪ ਨੂੰ ਜੋਤਸ਼ੀ ਕਹਿਣਾ? ਇਹ ਗੱਲ ਸੁਣ ਕੇ ਉਸਨੇ ਕਾਫੀ ਚੁਣੌਤੀ ਮਹਿਸੂਸ ਕੀਤੀ ਅਤੇ ਉਹ ਉਸ ਦਾ ਹੱਥ ਫੜ ਕੇ ਰੋਸ਼ਨੀ ਵੱਲ ਕਰਕੇ ਦੇਖਣ ਲੱਗਿਆ ਅਤੇ ਉਹੀ ਗੱਲਾਂ ਕਹਿਣ ਲੱਗਿਆ ਜੋ ਬਾਕੀਆਂ ਨੂੰ ਕਹਿੰਦਾ ਸੀ। ਤੇਰਾ ਸੁਭਾਅ। ਤਾਂ ਉਸ ਆਦਮੀ ਨੇ ਕਿਹਾ, ਚੁੱਪ ਕਰ, ਕੋਈ ਹੋਰ ਕੰਮ ਦੀ ਗੱਲ ਕਰ। ਹੁਣ ਇਸ 'ਤੇ ਐਸਟਰੋਲੋਜਰ ਕੀ ਜਵਾਬ ਦਿੰਦਾ ਹੈ? "I charge only 3 pies per question." ਮੈਂ ਇੱਕ ਸਵਾਲ ਦੀ ਸਿਰਫ 3 ਪਾਈ ਲੈਂਦਾ ਹਾਂ। "What you get ought to be good enough for your money." ਤਾਂ ਇਸ 3 ਪਾਈ ਦੇ ਬਦਲੇ ਜੋ ਵੀ ਤੈਨੂੰ ਮਿਲੂਗਾ ਨਾ, ਤਾਂ 3 ਪਾਈ 'ਚ ਅੱਜ ਕੱਲ੍ਹ ਕੀ ਮਿਲਦਾ ਹੈ? ਤੈਨੂੰ ਬਹੁਤ ਵਧੀਆ ਜਵਾਬ ਦੇਵਾਂਗਾ, ਸਾਰਾ ਕੁਝ ਦੱਸ ਦੂੰਗਾ ਤੇਰੇ ਭਵਿੱਖ ਬਾਰੇ। At this the other withdrew his arm, took out an anna and flung it to him, saying, "I have some questions to ask. If I prove you are baffling, you must return that anna to me with interest." ਤਾਂ ਹੁਣ ਉਹ ਆਦਮੀ ਉਹਨੂੰ ਚੁਣੌਤੀ ਦਿੰਦਾ ਹੈ। ਉਹ 3 ਪਾਈ ਕੱਢਣ ਦੀ ਬਜਾਏ ਪੂਰਾ ਇੱਕ ਆਨਾ ਉਸ ਦੇ ਸਾਹਮਣੇ ਸੁੱਟਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਮੇਰੇ ਕੋਲ ਕੁਝ ਸਵਾਲ ਹਨ। ਹਰ ਸਵਾਲ ਦੇ ਬਦਲੇ ਮੈਂ ਤੈਨੂੰ ਇੱਕ ਆਨਾ ਦੇਵਾਂਗਾ। ਜੇ ਤੂੰ ਬਲਫਿੰਗ ਕੀਤੀ, ਜੇ ਤੂੰ ਝੂਠ ਬੋਲਿਆ, ਤਾਂ ਇਸ ਇੱਕ ਆਨੇ ਨੂੰ ਤੈਨੂੰ ਮੈਨੂੰ ਵਿਆਜ ਸਮੇਤ ਮੋੜਨਾ ਪਊਗਾ। "If you find my answers satisfactory, will you give me 5 rupees? No." ਫਿਰ ਐਸਟਰੋਲੋਜਰ ਪੁੱਛਦਾ ਹੈ ਕਿ ਅਗਰ ਤੈਨੂੰ ਮੇਰੇ ਜਵਾਬ ਠੀਕ ਲੱਗੇ, ਕੀ ਤੂੰ ਮੈਨੂੰ 5 ਰੁਪਏ ਦੇ ਦੇਂਗਾ? ਤਾਂ ਸਾਹਮਣੇ ਵਾਲਾ ਆਦਮੀ ਕੀ ਬੋਲਦਾ ਹੈ? ਨਹੀਂ। "ਔਰ ਵਿਲ ਯੂ ਗਿਵ ਮੀ 8 ਆਨਾਸ?" ਕੀ ਤੂੰ ਮੈਨੂੰ 8 ਆਨੇ ਦੇ ਦੇਂਗਾ? "Alright, provided you give me twice as much if you are wrong." ਹਾਂ, ਮੈਂ ਤੈਨੂੰ 8 ਆਨੇ ਦੇ ਦੂੰਗਾ ਜੇ ਤੂੰ ਸਹੀ ਹੋਇਆ, ਪਰ ਜੇ ਤੂੰ ਗਲਤ ਹੋਇਆ ਤਾਂ ਤੂੰ ਮੈਨੂੰ 16 ਆਨੇ ਵਾਪਸ ਦੇਂਗਾ। ਦਿਸ ਪੈਕਟ ਵਾਜ਼ ਐਕਸੈਪਟਡ। ਹੁਣ ਉਹਨਾਂ ਦੀ ਇਹ ਆਪਸ ਦੇ ਵਿੱਚ ਡੀਲ ਹੋ ਗਈ। ਇਸ ਡੀਲ ਤੋਂ ਬਾਅਦ ਉਸ ਬੰਦੇ ਨੇ ਜਿਹੜਾ ਹੈ ਉਸਨੂੰ ਐਸਟਰੋਲੋਜਰ ਨੂੰ ਸਵਾਲ ਕਰਨ ਦੀ ਤਿਆਰੀ ਕਰ ਲਈ। ਦ ਐਸਟਰੋਲੋਜਰ ਸੈਂਟ ਅਪ ਅ ਪ੍ਰੇਅਰ ਟੂ ਹੈਵਨ ਐਜ਼ ਦ ਅਦਰ ਲਿਟ ਅ ਚੈਰਿਟ। ਹੁਣ ਐਸਟਰੋਲੋਜਰ ਨੇ ਕੀ ਕੀਤਾ? ਪ੍ਰਾਰਥਨਾ ਜੀ ਕਰਨੀ ਸ਼ੁਰੂ ਕਰ ਦਿੱਤੀ। The astrologer caught a glimpse of his face by the matchlight. ਹੁਣ ਉਹ ਬੰਦਾ ਸਾਹਮਣੇ ਵਾਲਾ ਜਦੋਂ ਬੀੜੀ ਪੀਣ ਲੱਗਾ, ਉਸਨੇ ਮਾਚਿਸ ਜਲਾਈ ਤਾਂ ਮਾਚਿਸ ਦੀ ਰੋਸ਼ਨੀ ਉਹਦੇ ਚਿਹਰੇ 'ਤੇ ਪਈ ਅਤੇ ਜੋਤਸ਼ੀ ਉਹਨੂੰ ਪਛਾਣ ਗਿਆ।
There was a pause. A car hooted on the road. Jutka drivers swore at their horses, and the babble of the crowd agitated the semi darkness of the park. The other sat down, sucking his cheroot, puffing out, sat there ruthlessly. ਹੁਣ ਉਹ ਬੰਦਾ ਪਰੇਸ਼ਾਨੀ ਨਾਲ ਬੀੜੀ ਪੀਂਦਾ ਜਾ ਰਿਹਾ ਸੀ। ਆਲੇ ਦੁਆਲੇ ਸ਼ੋਰ ਮੋਰ ਮੱਚਿਆ ਹੋਇਆ ਸੀ ਬਾਜ਼ਾਰ ਦੇ ਵਿੱਚ। ਦ ਐਸਟਰੋਲੋਜਰ ਫੈਲਟ ਵੈਰੀ ਅਨਕੰਫਰਟੇਬਲ। ਪਰ ਜਦੋਂ ਦਾ ਐਸਟਰੋਲੋਜਰ ਨੇ ਉਸ ਮਾਚਿਸ ਦੀ ਰੋਸ਼ਨੀ 'ਚ ਉਹਦਾ ਚਿਹਰਾ ਦੇਖਿਆ ਸੀ, ਉਦੋਂ ਦਾ ਉਹ ਬੇਆਰਾਮ ਮਹਿਸੂਸ ਕਰਨ ਲੱਗ ਗਿਆ। ਤਾਂ ਐਸਟਰੋਲੋਜਰ ਉਸਨੂੰ ਕੀ ਕਹਿੰਦਾ, ਹੇਅਰ ਟੇਕ ਯੋਰ ਆਨਾ ਬੈਕ, ਆਈ ਐਮ ਨਾਟ ਯੂਜ਼ ਟੂ ਸੱਚ ਚੈਲੰਜਿਸ, ਇਟ ਇਜ਼ ਲੇਟ ਫॉर ਮੀ ਟੂਡੇ। ਉਹ ਇੱਕ ਦਿਨ ਆਪਣਾ ਮਨ ਬਦਲ ਕੇ ਉਸਨੂੰ ਆਨਾ ਵਾਪਸ ਕਰਦਾ ਹੈ। ਮੈਂ ਇਸ ਤਰ੍ਹਾਂ ਦੀਆਂ ਚੁਣੌਤੀਆਂ ਨਹੀਂ ਲੈਂਦਾ, ਮੈਂ ਅੱਜ ਪਹਿਲਾਂ ਹੀ ਲੇਟ ਹੋ ਗਿਆ, ਮੈਂ ਜਾ ਰਿਹਾ। He made perceptions to bundle up, preparations to bundle up. The other held his wrist and said, "You can't get out of it now. You dragged me in a while I was passing." ਪਰ ਹੁਣ ਉਹ ਗ੍ਰਾਹਕ ਆ ਕੇ ਉਸਨੂੰ ਧਮਕਾਉਂਦਾ ਹੈ, ਹੁਣ ਤੂੰ ਭੱਜ ਨਹੀਂ ਸਕਦਾ, ਮੈਂ ਤਾਂ ਇੱਥੋਂ ਲੰਘ ਰਿਹਾ ਸੀ, ਤੂੰ ਹੀ ਮੈਨੂੰ ਆਵਾਜ਼ਾਂ ਮਾਰ ਮਾਰ ਕੇ ਬੁਲਾਇਆ। The astrologer shivered in his grip. ਜਦੋਂ ਉਸ ਆਦਮੀ ਨੇ ਉਸਨੂੰ ਜ਼ੋਰ ਨਾਲ ਫੜ ਰਿਹਾ ਤਾਂ ਜੋਤਸ਼ੀ ਸੀ ਜਿਹੜਾ ਉਹ ਕੰਬਣ ਲੱਗ ਗਿਆ। ਹਿਜ਼ ਵੋਇਸ ਸ਼ੁਕ ਐਂਡ ਬਿਕੇਮ ਫੇਂਟ। ਉਸਦੀ ਆਵਾਜ਼ ਕੰਬਣੀ ਸ਼ੁਰੂ ਹੋ ਗਈ ਅਤੇ ਉਸਦੇ ਅੱਖਾਂ ਅੱਗੇ ਹਨੇਰਾ ਆਉਣ ਲੱਗਾ। ਲੀਵ ਮੀ ਟੂਡੇ, ਆਈ ਵਿਲ ਸਪੀਕ ਟੂ ਯੂ ਟਮੋਰੋ। ਮੈਨੂੰ ਅੱਜ ਛੱਡ ਦਿਓ, ਮੈਂ ਕੱਲ੍ਹ ਗੱਲ ਕਰੂੰਗਾ। ਦ ਅਦਰ ਥਰਸਟ ਹਿਜ਼ ਪਾਮ ਔਨ ਹਿਜ਼ ਫੇਸ ਐਂਡ ਸੈਡ, ਚੈਲੰਜ ਇਜ਼ ਚੈਲੰਜ, ਗੋ ਔਨ। ਦੂਸਰੇ ਆਦਮੀ ਨੇ ਆਪਣੀ ਹਥੇਲੀ ਉਸਦੇ ਬਿਲਕੁਲ ਚਿਹਰੇ ਦੇ ਸਾਹਮਣੇ ਕਰਕੇ ਕਿਹਾ, ਚੁਣੌਤੀ ਤਾਂ ਚੁਣੌਤੀ ਹੈ, ਇਸ ਨੂੰ ਸਵੀਕਾਰ ਕਰੋ। ਦ ਐਸਟਰੋਲੋਜਰ ਪ੍ਰੋਸੀਡਿਡ ਵਿਦ ਅ ਥਰੋਟ ਡਰਾਇੰਗ ਅਪ, ਦੇਅਰ ਇਜ਼ ਅ ਵੂਮਨ। ਹੁਣ ਐਸਟਰੋਲੋਜਰ ਦਾ ਗਲਾ ਸੁੱਕਣ ਲੱਗਾ। ਉਸਨੇ ਕਹਿਣਾ ਸ਼ੁਰੂ ਕੀਤਾ, ਤੁਹਾਡੇ ਘਰਾਂ ਦੇ ਵਿੱਚ ਇੱਕ ਔਰਤ ਹੈ। ਸਟਾਪ, ਸੈਡ ਦ ਅਦਰ। ਬੰਦ ਕਰ ਇਹ ਸਭ ਕੁਛ। ਆਈ ਡੋਂਟ ਵਾਂਟ ਆਲ ਦਿਸ। ਮੈਨੂੰ ਇਹ ਸਾਰੀਆਂ ਗੱਲਾਂ ਨਹੀਂ ਚਾਹੀਦੀਆਂ। ਸ਼ੈਲ ਆਈ ਸਕਸੀਡ ਇਨ ਮਾਈ ਪ੍ਰੈਜ਼ੈਂਟ ਸਰਚ ਔਰ ਨਾਟ। ਮੈਨੂੰ ਇਸ ਗੱਲ ਦਾ ਜਵਾਬ ਦੇ ਕਿ ਮੈਂ ਜਿਹਨੂੰ ਲੱਭ ਰਿਹਾ ਲੱਭ ਲੂੰਗਾ ਕਿ ਨਹੀਂ। ਆਂਸਰ ਦਿਸ ਐਂਡ ਗੋ। ਬਸ ਮੈਨੂੰ ਇਹਦਾ ਜਵਾਬ ਦੇ ਦੇ, ਚਲਾ ਜਾ। ਅਦਰਵਾਈਜ਼ ਆਈ ਵਿਲ ਨਾਟ ਲੈਟ ਯੂ ਗੋ ਟਿਲ ਯੂ ਡਿਸਗੋਰਜ ਆਲ ਯੋਰ ਕੋਇਨਸ। ਅਗਰ ਤੂੰ ਇਸ ਸਵਾਲ ਦਾ ਜਵਾਬ ਨਾ ਦਿੱਤਾ ਤਾਂ ਮੈਂ ਸਾਰੇ ਤੇਰੇ ਸਿੱਕੇ ਖੋਊਂਗਾ ਅਤੇ ਮੈਂ ਤੈਨੂੰ ਜਾਣ ਨਹੀਂ ਦਿੰਦਾ, ਲੁੱਟ ਲਊਂਗਾ। ਤਾਂ ਹੁਣ ਬੱਚਿਓ ਇਸ ਗੱਲ ਦੇ ਉੱਤੇ ਆ ਕੇ ਐਸਟਰੋਲੋਜਰ ਸੀ ਜਿਹੜਾ ਉਹ ਪਰੇਸ਼ਾਨ ਹੋ ਗਿਆ। ਕਾਫੀ ਦੇਰ ਉਹ ਉਲਝਦੇ ਰਹੇ। ਦੈਨ ਦ ਐਸਟਰੋਲੋਜਰ ਸੈਡ, ਯੂ ਵਰ ਲੈਫਟ ਫॉर ਡੈਡ, ਐਮ ਆਈ ਰਾਈਟ। ਤਾਂ ਜੋਤਸ਼ੀ ਨੇ ਦੱਸਣਾ ਸ਼ੁਰੂ ਕੀਤਾ, ਤੈਨੂੰ ਮਰਾ ਸਮਝ ਕੇ ਛੱਡ ਦਿੱਤਾ ਗਿਆ ਸੀ। ਕੀ ਮੈਂ ਠੀਕ ਕਹਿ ਰਿਹਾ? ਟੈਲ ਮੀ ਮੋਰ। ਹਾਂ, ਹੋਰ ਦੱਸ। ਅ ਨਾਈਫ ਹੈਜ਼ ਪਾਸਡ ਥਰੂ ਯੂ ਵੰਸ, ਸੈਡ ਦ ਐਸਟਰੋਲੋਜਰ। ਜੋਤਸ਼ੀ ਨੇ ਕਿਹਾ ਕਿ ਤੇਰੇ ਛੁਰਾ ਮਾਰਿਆ ਗਿਆ ਸੀ। ਗੁੱਡ ਫੈਲੋ, ਹੀ ਬੀਅਰਡ ਹਿਜ਼ ਚੈਸਟ ਟੂ ਸ਼ੋ ਦ ਸਕਾਰ, ਵਾਟ ਐਲਸ। ਹਾਂ, ਬਿਲਕੁਲ ਸਹੀ। ਫਿਰ ਉਸਨੇ ਆਪਣੀ ਛਾਤੀ 'ਤੇ ਨਿਸ਼ਾਨ ਦਿਖਾਇਆ ਉਸ ਛੁਰੇ ਦਾ। ਹੋਰ ਦੱਸ। ਐਂਡ ਦੈਨ ਯੂ ਵਰ ਪੁਸ਼ਡ ਇਨ ਟੂ ਅ ਵੈਲ ਨੀਅਰ ਬਾਈ ਇਨ ਦ ਫੀਲਡ, ਯੂ ਵਰ ਲੈਫਟ ਫॉर ਡੈਡ। ਫਿਰ ਤੈਨੂੰ ਖੂਹ 'ਚ ਸੁੱਟ ਦਿੱਤਾ ਗਿਆ ਸੀ, ਮਰਿਆ ਹੋਇਆ ਸਮਝ ਕੇ। I should have been dead if some passer-by had not chanced to peep into the well, exclaimed the other, overwhelmed by enthusiasm. ਹੁਣ ਉਹ ਸਾਹਮਣੇ ਵਾਲਾ ਬੰਦਾ ਬਹੁਤ ਖੁਸ਼ ਹੋ ਗਿਆ, ਐਕਸਾਈਟਿਡ ਹੋ ਗਿਆ ਇਹ ਸਾਰੀ ਸੱਚਾਈ ਸੁਣ ਕੇ। ਉਹ ਇੱਕਦਮ ਭਾਵਨਾ ਅਤੇ ਜੋਸ਼ ਨਾਲ ਭਰ ਗਿਆ। ਉਸਨੇ ਕਿਹਾ, ਹਾਂ ਮੈਂ ਤਾਂ ਮਰ ਹੀ ਜਾਂਦਾ ਜੇ ਉੱਥੋਂ ਇੱਕ ਲੰਘਣ ਵਾਲਾ ਬੰਦਾ ਮੈਨੂੰ ਨਾ ਬਚਾ ਲੈਂਦਾ, ਖੂਹ ਵਿੱਚ ਦੇਖ ਕੇ ਨਾ ਬਾਹਰ ਕੱਢ ਲੈਂਦਾ। Where shall I get at him? he asked, clenching his fist. ਫਿਰ ਉਸਨੇ ਆਪਣੇ ਮੁੱਕੇ ਵੱਟਦੇ ਹੋਏ ਕਿਹਾ, ਮੈਨੂੰ ਬੰਦਾ ਮਿਲੂਗਾ ਕਿੱਥੇ ਜਿਹਨੇ ਮੇਰੇ ਨਾਲ ਅਜਿਹਾ ਕੀਤਾ ਸੀ। In the next world, answered the astrologer. He died 4 months ago in a far-off town. You will never see him any more. The other groaned on hearing it. The astrologer proceeded, Guru Nanak, ਤਾਂ ਜਦੋਂ ਪੁੱਛਦਾ ਹੈ ਬੰਦਾ ਕਿ ਉਹ ਮੈਨੂੰ ਕਿੱਥੇ ਮਿਲੂਗਾ ਜਿਹਨੇ ਮੇਰੇ ਛੁਰਾ ਮਾਰਿਆ ਸੀ, ਤਾਂ ਜੋਤਸ਼ੀ ਕਹਿੰਦਾ ਹੈ ਕਿ ਉਹ ਤਾਂ ਤੈਨੂੰ ਹੁਣ ਦੂਸਰੀ ਦੁਨੀਆ 'ਚ ਮਿਲੂਗਾ। ਉਹ ਤਾਂ ਭਾਈ ਰੱਬ ਕੋਲ ਚਲਾ ਗਿਆ, 4 ਮਹੀਨੇ ਪਹਿਲਾਂ ਮਰ ਗਿਆ, ਉਹ ਵੀ ਕਿਸੇ ਦੂਰ ਦੁਰਾਡੇ ਪਿੰਡ 'ਚ ਮਰ ਗਿਆ ਕਿਤੇ।
ਇੱਥੇ ਨੇੜੇ ਤੇੜੇ ਤਾਂ ਹੈ ਵੀ ਨਹੀਂ ਸੀ। ਹੁਣ ਨਹੀਂ ਤੈਨੂੰ ਕਦੇ ਦੇਖਣ ਨੂੰ ਮਿਲ ਸਕਦਾ, ਉਹ ਦੁਨੀਆ ਤੋਂ ਚਲਾ ਗਿਆ। ਸਾਹਮਣੇ ਵਾਲਾ ਬੰਦਾ ਇਹ ਸੁਣ ਕੇ ਬਹੁਤ ਪਰੇਸ਼ਾਨ ਹੋਇਆ ਅਤੇ ਫਿਰ ਜੋਤਸ਼ੀ ਨੇ ਉਹਦਾ ਨਾਂ ਬੋਲਿਆ, ਗੁਰਨਾਇਕ। ਇਸ 'ਤੇ ਉਹ ਬੰਦਾ ਹੈਰਾਨ ਹੋ ਗਿਆ। ਯੂ ਨੋ ਮਾਈ ਨੇਮ, ਦ ਅਦਰ ਸੈਡ ਟੇਕਨ ਅਬੈਕ। ਇੱਕਦਮ ਹੱਕਾ ਬੱਕਾ ਹੋ ਕੇ ਉਹਨੇ ਕਿਹਾ, ਤੈਨੂੰ ਮੇਰਾ ਨਾਂ ਵੀ ਪਤਾ ਹੈ? As I know all other things, Guru Nayak, listen carefully to what I have to say. ਹਾਂ ਗੁਰੂ ਨਾਇਕ, ਜਿਵੇਂ ਮੈਨੂੰ ਬਾਕੀ ਗੱਲਾਂ ਪਤਾ ਉਵੇਂ ਤੇਰਾ ਨਾਂ ਵੀ ਪਤਾ। ਹੁਣ ਧਿਆਨ ਨਾਲ ਸੁਣ ਮੈਂ ਜੋ ਕਹਿਣਾ। Your village is 2 days' journey due north of this town. Take this magic powder and be gone. I see once again a great danger to your life if you go anywhere away from your home. He took out a pinch of sacred ash and held it to him. Rub it on your forehead and go home. Never travel southward again, and you will live to be 100. ਹੁਣ ਜੋਤਸ਼ੀ ਨੇ ਉਸ ਨੂੰ ਭਬੂਤ ਦਿੰਦੇ ਹੋਏ ਕਿਹਾ, ਗੁਰੂ ਨਾਇਕ ਮੇਰੀਆਂ ਗੱਲਾਂ ਸੁਣ ਲੈ ਧਿਆਨ ਨਾਲ। ਤੂੰ ਆਪਣੇ ਪਿੰਡ 2 ਦਿਨ ਦੀ ਯਾਤਰਾ ਕਰਕੇ ਪਹੁੰਚੇਗਾ। ਤੂੰ ਇਹ ਜਾਦੂਈ ਪਾਊਡਰ ਹੈ ਜਿਹੜਾ ਇਹ ਲੈ ਲੈ ਅਤੇ ਇੱਥੋਂ ਚਲਾ ਜਾ। ਫਿਰ ਉਸਨੇ ਇੱਕ ਭਬੂਤ ਦਾ ਇੱਕ ਚੂੰਡੀ ਉਸ ਨੂੰ ਦੇ ਦਿੱਤੀ ਅਤੇ ਉਸ ਨੂੰ ਕਿਹਾ, ਇਸ ਨੂੰ ਆਪਣੇ ਮੱਥੇ 'ਤੇ ਰਗੜ ਲੈ ਅਤੇ ਘਰ ਚਲਾ ਜਾ। ਮੁੜ ਕੇ ਕਦੇ ਤੂੰ ਦੱਖਣ ਦਿਸ਼ਾ ਵੱਲ ਯਾਤਰਾ ਨਾ ਕਰੀ। ਮੈਨੂੰ ਦੁਬਾਰਾ ਤੇਰੀ ਜ਼ਿੰਦਗੀ ਦੇ ਉੱਤੇ ਕਸ਼ਟ ਦਿਖ ਰਿਹਾ ਹੈ। ਜੇ ਤੂੰ ਆਪਣੇ ਘਰੋਂ ਨਿਕਲਿਆ, ਜੇ ਤੂੰ ਆਪਣੇ ਘਰ ਟਿਕਿਆ ਰਹੇਗਾ ਤਾਂ ਤੂੰ 100 ਸਾਲ ਤੋਂ ਵੀ ਜ਼ਿਆਦਾ ਜੀਏਗਾ। ਵਾਈ ਸ਼ੁੱਡ ਆਈ ਲੀਵ ਹੋਮ ਅਗੇਨ, ਦ ਅਦਰ ਸੈਡ ਰਿਫਲੈਕਟਿਵਲੀ। ਸਾਹਮਣੇ ਵਾਲੇ ਨੇ ਸੋਚਦੇ ਹੋਏ ਉਸ ਨੂੰ ਕਿਹਾ ਕਿ ਮੈਂ ਆਪਣਾ ਘਰ ਕਿਉਂ ਛੱਡ ਕੇ ਜਾਊਂਗਾ ਹੁਣ। ਆਈ ਵਾਜ਼ ਓਨਲੀ ਗੋਇੰਗ ਅਵੇ ਨਾਓ ਐਂਡ ਦੈਨ ਟੂ ਲੁੱਕ ਫॉर ਹਿਮ ਐਂਡ ਟੂ ਚੋਕ ਆਊਟ ਹਿਜ਼ ਲਾਈਫ ਇਫ ਆਈ ਮੈਟ ਹਿਮ। ਮੈਂ ਤਾਂ ਘਰ ਹੀ ਜਾ ਰਿਹਾ ਸੀ। ਮੈਂ ਸੋਚਿਆ ਸੀ ਚੱਲ ਉਹਨੂੰ ਲੱਭ ਲੈਣਾ, ਮਿਲ ਗਿਆ ਤਾਂ ਮੈਂ ਉਹਨੂੰ ਮਾਰ ਕੇ ਹੀ ਜਾਊਂਗਾ ਗਲਾ ਘੋਟ ਕੇ। ਫਿਰ ਉਸਨੇ ਦੁੱਖ ਨਾਲ ਕਿਹਾ, ਹੀ ਹੈਜ਼ ਐਸਕੇਪਡ ਮਾਈ ਹੈਂਡਸ। ਉਹ ਮੇਰੇ ਹੱਥੋਂ ਬਚ ਗਿਆ। I hope at least he died as he deserved. ਕਾਸ਼ ਮੈਂ ਉਸ ਨੂੰ ਮਾਰ ਸਕਦਾ, ਉਹ ਪਹਿਲਾਂ ਹੀ ਮਰ ਗਿਆ। Yes, said the astrologer, he was crushed under a lorry. The other looked gratified to hear it. ਜੋਤਸ਼ੀ ਨੇ ਕਿਹਾ, ਹਾਂ ਬਹੁਤ ਬੁਰੀ ਮੌਤ ਮਰਿਆ। ਉਹ ਤਾਂ ਇੱਕ ਟਰੱਕ ਦੇ ਥੱਲੇ ਆ ਕੇ, ਇੱਕ ਲੌਰੀ ਦੇ ਥੱਲੇ ਆ ਕੇ ਬੁਰੀ ਤਰ੍ਹਾਂ ਕੁਚਲਿਆ ਗਿਆ। ਇਹ ਸੁਣ ਕੇ ਸਾਹਮਣੇ ਵਾਲਾ ਬੰਦਾ ਬਹੁਤ ਖੁਸ਼ ਹੋਇਆ। So in this way the meeting ended. The astrologer picked up the things, he packed his bag, he went to home. ਇਸ ਤਰ੍ਹਾਂ ਇਹ ਸਾਰੀ ਮੀਟਿੰਗ ਖਤਮ ਹੋਈ। ਉਸ ਐਸਟਰੋਲੋਜਰ ਨੇ ਆਪਣਾ ਸਾਰਾ ਸਮਾਨ ਬੰਨਿਆ, ਘਰ ਚਲਾ ਗਿਆ। It was nearly midnight. ਅੱਧੀ ਰਾਤ ਦਾ ਸਮਾਂ ਸੀ when he reached home. His wife was waiting for him at the door and demanded an explanation. He flung the coins at her and said, count them. One man gave all that. 12.5 annas, she said, counted. She was overjoyed. I can buy some jaggery and coconut. The child has been asking for sweets for so many days now. I will prepare him some nice stuff for her. ਹੁਣ ਉਸਦੀ ਪਤਨੀ ਕਹਿੰਦੀ ਹੈ, ਜਦੋਂ ਘਰ ਪਹੁੰਚਦਾ ਅੱਧੀ ਰਾਤ ਨੂੰ ਗੇਟ 'ਤੇ ਖੜੀ ਹੁੰਦੀ ਹੈ, ਲੇਟ ਕਿਉਂ ਹੋ ਗਿਆ, ਉਹ ਚਾਹੁੰਦੀ ਹੈ ਕਿ ਮੈਨੂੰ ਦੱਸੋ। ਤਾਂ ਜੋਤਸ਼ੀ ਸਾਰੇ ਸਿੱਕੇ ਉਸ ਵੱਲ ਸੁੱਟ ਕੇ ਕਹਿੰਦਾ ਹੈ, ਗਿਣ ਲੈ। 12.5 ਆਨੇ। ਜੋਤਸ਼ੀ ਕਹਿੰਦਾ ਇੱਕੋ ਹੀ ਬੰਦੇ ਨੇ ਦਿੱਤੇ ਨੇ। ਉਹ ਪੂਰੀ ਖੁਸ਼ ਹੋ ਜਾਂਦੀ ਹੈ। ਮੈਂ ਇਸ ਦੇ ਨਾਲ ਥੋੜ੍ਹੀ ਜੈਗਰੀ ਮਤਲਬ ਗੁੜ ਖਰੀਦੂੰਗੀ, ਕੋਕੋਨਟ ਮਤਲਬ ਨਾਰੀਅਲ, ਥੋੜ੍ਹਾ ਗੁੜ ਅਤੇ ਨਾਰੀਅਲ ਖਰੀਦੂੰਗੀ। ਬੱਚੇ ਕਈ ਦਿਨ ਦਾ ਮਿਠਾਈਆਂ ਮੰਗ ਰਹੀ ਹੈ, ਉਸ ਨੂੰ ਬਣਾ ਕੇ ਦੇਵਾਂਗੀ। The swine has cheated me. He promised me a rupee, said the astrologer. ਉਸ ਕਮੀਨੇ ਨੇ ਮੈਨੂੰ ਠੱਗ ਲਿਆ। ਉਹਨੇ ਕਿਹਾ ਸੀ 1 ਰੁਪਇਆ ਦੇਊਗਾ, ਪਰ 12.5 ਨਹੀਂ ਦਿੱਤੇ। ਵਾਈਫ ਕੀ ਪੁੱਛਦੀ ਹੈ, ਯੂ ਲੁੱਕ ਵਰੀਡ, ਵਟ ਇਜ਼ ਰੋਂਗ? ਨਥਿੰਗ। ਤੁਸੀਂ ਪਰੇਸ਼ਾਨ ਲੱਗ ਰਹੇ ਹੋ, ਕੀ ਹੋਇਆ? ਕੁਝ ਨਹੀਂ। ਆਫਟਰ ਡਿਨਰ ਸਿਟਿੰਗ ਔਨ ਦ ਕੋਟ ਹੀ ਟੋਲਡ ਹਰ। ਖਾਣਾ ਖਾਣ ਤੋਂ ਬਾਅਦ ਮੰਜੀ 'ਤੇ ਬੈਠਦੇ ਹੋਏ ਉਹ ਉਸ ਨੂੰ ਪੁੱਛਦਾ ਹੈ, ਡੂ ਯੂ ਨੋ ਅ ਗ੍ਰੇਟ ਲੋਡ ਇਜ਼ ਗੋਨ ਫਰੋਮ ਮੀ ਟੂਡੇ? ਤੈਨੂੰ ਪਤਾ ਅੱਜ ਮੇਰੇ ਦਿਲ ਤੋਂ ਇੱਕ ਬੋਝ ਉਤਰ ਗਿਆ। I thought I had the blood of a man on my hands all these years.
ਮੈਨੂੰ ਇੰਨੇ ਸਾਲ ਇਹੀ ਲੱਗਦਾ ਰਿਹਾ ਕਿ ਮੇਰੇ ਹੱਥ ਇੱਕ ਆਦਮੀ ਦੇ ਖੂਨ ਨਾਲ ਸਨੇ ਹਨ। That was the reason why I ran away from the home, settled here, and married you. He's alive, she gasped. You tried to kill? Yes, in our village when I was a silly youngster. We drank, gambled, and quarreled badly one day. Why think of it now? Time to sleep, he said, yawning and stretched himself on the cot. ਇਹ ਸਾਡੀ ਕਹਾਣੀ ਦਾ ਅੰਤ ਹੈ। ਜਦੋਂ ਪਤਨੀ ਨੂੰ ਉਹ ਦੱਸਦਾ ਹੈ, ਤੈਨੂੰ ਪਤਾ ਇੰਨੇ ਸਾਲ ਮੈਂ ਸਮਝਦਾ ਰਿਹਾ ਮੈਂ ਕਿਸੇ ਦਾ ਕਾਤਿਲ ਹਾਂ, ਅੱਜ ਮੈਨੂੰ ਪਤਾ ਲੱਗਿਆ ਕਿ ਉਹ ਜ਼ਿੰਦਾ ਹੈ। ਮੈਂ ਤਾਂ ਉਸ ਨੂੰ ਮਰਿਆ ਸਮਝ ਕੇ ਪਿੰਡ ਛੱਡ ਕੇ ਭੱਜ ਗਿਆ ਸੀ, ਇੱਥੇ ਆ ਕੇ ਰਹਿਣ ਲੱਗ ਪਿਆ, ਤੇਰੇ ਨਾਲ ਵਿਆਹ ਕਰ ਲਿਆ ਸੀ, ਉਹ ਤਾਂ ਜਿਉਂਦਾ ਹੈ। ਉਸ ਦੀ ਪਤਨੀ ਹੈਰਾਨ ਹੋ ਕੇ ਪੁੱਛਦੀ ਹੈ, ਤੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿਸੇ ਨੂੰ? ਹਾਂ, ਇਹ ਉਦੋਂ ਹੈ ਜਦੋਂ ਮੈਂ ਜਵਾਨ ਹੁੰਦਾ ਸੀ ਅਤੇ ਮੂਰਖ ਹੁੰਦਾ ਸੀ। ਅਸੀਂ ਸ਼ਰਾਬ ਪੀਤੀ, ਅਸੀਂ ਜੂਆ ਖੇਡਿਆ, ਇੱਕ ਦੂਸਰੇ ਨਾਲ ਲੜੇ ਅਤੇ ਫਿਰ ਮੈਂ ਉਸਨੂੰ ਮਾਰ ਸੁੱਟਿਆ। ਤਾਂ ਇਸ ਤਰ੍ਹਾਂ ਅੱਜ ਮੈਨੂੰ ਪਤਾ ਲੱਗ ਗਿਆ ਕਿ ਉਹ ਜਿਉਂਦਾ ਹੈ ਅਤੇ ਮੈਂ ਬਹੁਤ ਖੁਸ਼ ਹਾਂ। ਚਲੋ ਸੌਂਦੇ ਹਾਂ। ਅਤੇ ਉਹ ਬਾਸੀ ਲੈਂਦੇ ਹੋਏ ਆਪਣੀ ਮੰਜੀ 'ਤੇ ਲੇਟ ਗਿਆ। This was the complete text. Wait for the next video for the comprehension questions. Thank you so much. Have a nice day.